Hello students, how are you all? So in the second part of significant figures, we are going to discuss about the calculations involving significant figures. So ਬੱਚਿਓ calculations ਦੇ ਵਿੱਚ ਸਾਡੇ ਕੋਲ addition ਆਂਦਾ ਹੈ, subtraction ਆਂਦਾ ਹੈ, multiplication ਤੇ division ਆਂਦਾ ਹੈ. Addition ਤੇ subtraction ਦੇ ਲਈ ਇੱਕ ਰੂਲ ਹੋਏਗਾ ਤੇ multiplication ਤੇ division ਦੇ ਲਈ ਅਲੱਗ ਤੋਂ ਇੱਕ ਰੂਲ ਹੋਏਗਾ. ਸਭ ਤੋਂ ਪਹਿਲਾਂ ਅਸੀਂ for addition and subtraction ਗੱਲ ਕਰਦੇ ਹਾਂ. ਸੋ ਇਸ ਵਿੱਚ ਰੂਲ ਕੀ ਹੈ? When addition or subtraction is to be carried out, the final result should be reported up to the same number of decimal places as are present in the terms having the least number of decimal places. ਸੋ ਪਹਿਲੀ ਗੱਲ ਤਾਂ ਇਹ ਕਲੀਅਰ ਹੈ ਕਿ ਜਦੋਂ ਵੀ ਅਸੀਂ ਫਾਈਨਲ ਰਿਜ਼ਲਟ ਦੱਸਣਾ ਹੈ ਇਨ ਕੇਸ ਆਫ ਐਡੀਸ਼ਨ ਤੇ ਸਬਟਰੈਕਸ਼ਨ, ਕਦੀ ਵੀ ਅਸੀਂ ਸਿਗਨੀਫੀਕੈਂਟ ਫਿਗਰਸ ਨਹੀਂ ਦੇਖਣੀਆਂ ਜਿਹੜੀਆਂ ਵੀ ਸਾਨੂੰ ਟਰਮਸ ਦਿੱਤੀਆਂ ਹੋਣਗੀਆਂ. ਠੀਕ ਹੈ ਜੀ, ਅਸੀਂ ਕੀ ਦੇਖਣਾ ਹੈ ਕਿ ਉਹਨਾਂ ਟਰਮਸ ਦੇ ਵਿੱਚੋਂ ਸਭ ਤੋਂ ਲੀਸਟ ਨੰਬਰ ਆਫ ਡੈਸੀਮਲ ਪਲੇਸ ਵਾਲੀ ਟਰਮ ਕਿਹੜੀ ਹੈ. ਠੀਕ ਹੈ ਜੀ, ਜਿੰਨਾ ਵੀ ਸਾਡੇ ਕੋਲ ਲੀਸਟ ਨੰਬਰ ਆਫ ਡੈਸੀਮਲ ਪਲੇਸ ਹੋਏਗਾ ਉਸ ਦੇ ਬਰਾਬਰ ਅਸੀਂ ਫਾਈਨਲ ਰਿਜ਼ਲਟ ਸ਼ੋ ਕਰ ਦੇਵਾਂਗੇ. ਮਤਲਬ ਫਾਈਨਲ ਰਿਜ਼ਲਟ ਦੇ ਵਿੱਚ ਜਿਹੜਾ ਨੰਬਰ ਆਏਗਾ ਉਸ ਦੀਆਂ ਵੀ ਅਸੀਂ ਉਨੀਆਂ ਹੀ ਡੈਸੀਮਲ ਪਲੇਸਿਸ ਰੱਖਾਂਗੇ ਜਿੰਨੀਆਂ ਕਿਸੇ ਲੀਸਟ ਨੰਬਰ ਆਫ ਡੈਸੀਮਲ ਪਲੇਸਿਸ ਵਾਲੀ ਟਰਮ ਦੇ ਵਿੱਚ ਹੋਣਗੀਆਂ. ਆਓ ਅਸੀਂ ਇਹਨੂੰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ. ਜਿਹੜੀ ਅਸੀਂ ਐਗਜ਼ਾਮਪਲ ਕਰਨੀ ਹੈ, ਦੇਖੋ ਐਡੀਸ਼ਨ ਦੇ ਕੇਸ ਦੇ ਵਿੱਚ 0.582 ਸਾਡੇ ਕੋਲ ਇੱਕ ਟਰਮ ਦਿੱਤੀ ਹੋਈ ਹੈ, ਦੂਸਰੀ ਹੈ 324.65. ਹੁਣ ਤੁਸੀਂ ਧਿਆਨ ਨਾਲ ਇਹ ਨੋਟ ਕਰਨਾ ਹੈ ਕਿ ਜਿਹੜੀ ਫਸਟ ਟਰਮ ਹੈ ਉਹਦੇ ਵਿੱਚ ਡੈਸੀਮਲ ਪਲੇਸਿਸ ਜਿਹੜੀਆਂ ਹਨ ਉਹ ਸਾਡੇ ਕੋਲ 3 ਹਨ, 1 2 3 ਡੈਸੀਮਲ ਪਲੇਸ. ਠੀਕ ਹੈ ਜੀ, ਪਰ ਜਿਹੜੀ ਸੈਕੰਡ ਟਰਮ ਦਿੱਤੀ ਹੋਈ ਹੈ ਚਾਹੇ ਉਹ ਪਹਿਲੀ ਟਰਮ ਦੇ ਨਾਲੋਂ ਵੱਡੀ ਹੈ ਪਰ ਉਸ ਵਿੱਚ ਡੈਸੀਮਲ ਪਲੇਸ ਸਿਰਫ ਕਿੰਨੀ ਹੈ? 2 ਡੈਸੀਮਲ ਪਲੇਸ ਤੱਕ ਹੀ ਇਹ ਵੈਲਿਊ ਹੈ. ਅਸੀਂ ਕੀ ਕਰਨਾ ਹੈ, ਇਹਦਾ ਸੌਖਾ ਤਰੀਕਾ ਤੁਹਾਨੂੰ ਦੱਸਦੇ ਹਾਂ. ਇੱਥੇ ਇੱਕ ਲਾਈਨ ਡਰਾ ਕਰ ਲੈਣੀ ਹੈ ਜਿੰਨੀਆਂ ਵੀ ਲੀਸਟ ਨੰਬਰ ਆਫ ਡੈਸੀਮਲ ਪਲੇਸਿਸ ਦੇ ਰਾਈਟ ਹੈਂਡ ਸਾਈਡ 'ਤੇ. ਠੀਕ ਹੈ ਜੀ, ਸਾਨੂੰ ਇੱਥੋਂ ਇਹ ਕਲੀਅਰ ਹੈ ਕਿ ਸਾਡਾ ਆਨਸਰ ਜਿਹੜਾ ਹੈ ਉਹ 2 ਡੈਸੀਮਲ ਪਲੇਸ ਦੇ ਵਿੱਚ ਹੀ ਅਸੀਂ ਸ਼ੋ ਕਰਨਾ ਹੈ. ਸੋ ਅਸੀਂ ਆਨਸਰ ਦੇਖਦੇ ਹਾਂ ਪਹਿਲਾਂ ਤਾਂ ਕੀ ਹੋਏਗਾ. 0.582 plus 324.65. So the answer comes out to be 325.232. ਠੀਕ ਹੈ ਜੀ, ਇਹ ਤਾਂ ਸਾਡੇ ਕੋਲ ਪੂਰਾ ਆਨਸਰ ਜੋ ਸਾਨੂੰ ਐਡੀਸ਼ਨ ਦੇ ਨਾਲ ਆ ਰਿਹਾ ਹੈ. ਪਰ ਅਸੀਂ ਰਿਪਰੈਜ਼ੈਂਟ ਕਿੰਨਾ ਕਰਨਾ ਹੈ? ਰਿਪਰੈਜ਼ੈਂਟ ਕਰਨਾ ਹੈ ਅਸੀਂ ਸਿਰਫ 2 ਡੈਸੀਮਲ ਪਲੇਸ ਤੱਕ ਹੀ ਰਿਪਰੈਜ਼ੈਂਟ ਕਰਨਾ ਹੈ ਕਿਉਂਕਿ ਸਾਡੇ ਕੋਲ ਲੀਸਟ ਡੈਸੀਮਲ ਪਲੇਸ ਇਸ ਟਰਮ ਦੇ ਵਿੱਚ ਆ ਰਹੀ ਹੈ 2. ਠੀਕ ਹੈ ਜੀ, ਤਾਂ ਸਾਡਾ ਆਨਸਰ ਜਿਹੜਾ ਹੈ ਉਹ ਹੋਏਗਾ 325.23. ਦਿਸ ਵਿਲ ਬੀ ਦਾ ਆਨਸਰ. ਕਲੀਅਰ ਹੈ? ਇਹ ਤਾਂ ਹੋ ਗਿਆ ਐਡੀਸ਼ਨ ਦੀ ਗੱਲ. ਹੁਣ ਅਸੀਂ ਇੱਕ ਐਗਜ਼ਾਮਪਲ ਸਬਟਰੈਕਸ਼ਨ ਦੀ ਕਰਦੇ ਹਾਂ. ਹੁਣ ਸਬਟਰੈਕਸ਼ਨ ਦੇ ਵਿੱਚ ਧਿਆਨ ਨਾਲ ਨੋਟ ਕਰੋ, ਇੱਕ ਸਾਡੇ ਕੋਲ ਹੈ ਟਰਮ 4.05 ਤੇ ਦੂਸਰੀ ਹੈ 0.0225. ਹੁਣ ਤੁਸੀਂ ਇਹ ਦੇਖੋ ਤਾਂ ਡੈਸੀਮਲ ਲੀਸਟ ਨੰਬਰ ਆਫ ਡੈਸੀਮਲ ਪਲੇਸਿਸ 2 ਪਹਿਲੀ ਟਰਮ ਦੇ ਵਿੱਚ ਹੈ, ਇਹਦੇ ਵਿੱਚ ਸਾਡੇ ਕੋਲ ਹੈਗੀਆਂ 1 2 3 4. ਦੇਖੋ ਧਿਆਨ ਨਾਲ ਨੋਟ ਕਰੋ, ਮੈਂ ਸਿਗਨੀਫੀਕੈਂਟ ਫਿਗਰਸ ਦੀ ਗੱਲ ਨਹੀਂ ਕਰ ਰਿਹਾ, ਮੈਂ ਡੈਸੀਮਲ ਪਲੇਸਿਸ ਦੀ ਗੱਲ ਕਰਦਾ ਪਿਆ. ਐਡੀਸ਼ਨ ਤੇ ਸਬਟਰੈਕਸ਼ਨ ਵਿੱਚ ਅਸੀਂ ਡੈਸੀਮਲ ਪਲੇਸ ਦੇਖਣੇ ਹਨ. ਦੇਖੋ ਇਹਦੇ ਵਿੱਚ ਸਾਡੇ ਕੋਲ ਆ 2 ਹੈ, ਅਸੀਂ ਇੱਥੇ ਕੀ ਕਰਦੇ ਹਾਂ ਇੱਕ ਲਾਈਨ ਲਗਾ ਦਿੰਦੇ ਹਾਂ. 2 ਡੈਸੀਮਲ ਪਲੇਸਿਸ ਤੋਂ ਬਾਅਦ ਇੱਕ ਲਾਈਨ ਲਗਾ ਦਿੰਦੇ ਹਾਂ, ਡਰਾ ਕਰ ਦਿੰਦੇ ਹਾਂ. ਇੱਥੋਂ ਸਾਨੂੰ ਕਲੀਅਰ ਹੋਏਗਾ ਕਿ ਅਸੀਂ ਆਨਸਰ ਜਿਹੜਾ ਹੈ ਉਹ ਸਿਰਫ 2 ਡੈਸੀਮਲ ਪਲੇਸਿਸ ਤੱਕ ਹੀ ਦੇਣਾ ਹੈ. ਹੁਣ ਤੁਸੀਂ ਚਾਹੇ ਇਸ ਤੋਂ ਬਾਅਦ ਲਾਈਨ ਤੋਂ ਬਾਅਦ ਇੱਥੇ 0 ਲਗਾ ਦਿਓ, ਲਗਾ ਕੇ ਤੁਸੀਂ ਕੈਲਕੂਲੇਸ਼ਨ ਕਰਨੀ ਸ਼ੁਰੂ ਕਰ ਦਿਓ. ਅਸੀਂ ਇਹਦਾ ਆਨਸਰ ਦੇਖਦੇ ਹਾਂ 4.05 ਮਾਈਨਸ 0.0225. ਸੋ ਸਾਡੇ ਕੋਲ ਜਿਹੜਾ ਆਨਸਰ ਆ ਰਿਹਾ ਹੈ ਉਹ ਹੈ ਇਹਦੇ ਵਿੱਚ 4.0275. ਹੁਣ ਨੋਟ ਕਰੋ ਇਹ ਆਨਸਰ ਸਾਡੇ ਕੋਲ ਆਉਂਦਾ ਪਿਆ ਹੈ ਪਰ ਅਸੀਂ ਆਨਸਰ ਸਿਰਫ 2 ਡੈਸੀਮਲ ਪਲੇਸਿਸ ਦੇ ਵਿੱਚ ਹੀ ਲਿਖਣਾ ਹੈ. ਤੋ ਅਸੀਂ ਕੀ ਕਰਾਂਗੇ, 2 ਡੈਸੀਮਲ ਪਲੇਸ ਦੇ ਵਿੱਚ ਆਨਸਰ ਲਿਖਣ ਦੇ ਲਈ ਸਾਨੂੰ ਕੀ ਕਰਨਾ ਪਏਗਾ, ਇਸ ਫਿਗਰ ਨੂੰ ਆ ਜਿਹੜੀ ਆ ਲਾਸਟ ਵਾਲੀ ਫਿਗਰ ਹੈ ਇਹਨੂੰ ਰਾਊਂਡ ਆਫ ਕਰਨਾ ਪਏਗਾ. ਰਾਊਂਡ ਆਫ ਦੇਖਣਾ ਹੈ ਤਾਂ ਨੈਕਸਟ ਫਿਗਰ 7 ਹੈ, ਇਟ ਇਜ਼ ਗ੍ਰੇਟਰ ਦੈਨ 5. ਸੋ ਇਹਨੂੰ ਰਾਊਂਡ ਆਫ ਕਰਕੇ ਅਸੀਂ 3 ਕਰ ਦੇਵਾਂਗੇ. ਸੋ ਆਨਸਰ comes out to be 4.03. So this will be the answer.
ठीक है जी। ये भी असी सिर्फ 2 डेसीमल प्लेसिस ते ही आंसर लिखिया क्योंकि साडे कोल एक ऐदां दी टर्म सी जिहदे विच लीस्ट नंबर ऑफ डेसीमल प्लेसिस कितनियां है 2 हैगियां आ, इस करके साडा आंसर आया 4.03। हाँ जी बच्चे, हुण असी सैकेंड जिहड़ा है वो असी रूल देखते हाँ इन केस ऑफ मल्टीप्लीकेशन एंड डिवीजन। In this, the final result should be reported up to the same number of significant figures as are present in the term with least number of significant figures। बच्चों ध्यान ਨਾਲ ਪਹਿਲਾਂ ਤਾਂ ਇਹ ਡਿਫਰੈਂਸ ਦੇਖ ਲਓ ਐਡੀਸ਼ਨ ਤੇ ਸਬਟ੍ਰੈਕਸ਼ਨ ਦੇ ਵਿੱਚ। ਇੱਥੇ ਅਸੀਂ ਸਿਗਨੀਫੀਕੈਂਟ ਫਿਗਰਸ ਨਹੀਂ ਦੇਖਦੇ ਸੀ, ਇੱਥੇ ਅਸੀਂ ਲੀਸਟ ਨੰਬਰ ਆਫ ਡੈਸੀਮਲ ਪਲੇਸਿਸ ਦੇਖਦੇ ਸੀ, ਠੀਕ ਹੈ ਜੀ। ਪਰ ਹੁਣ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਦੇ ਵਿੱਚ ਤੁਸੀਂ ਕੀ ਦੇਖਣਾ ਹੈ ਕਿ ਜਿਹੜਾ ਸਾਡੇ ਕੋਲ ਫਾਈਨਲ ਰਿਜ਼ਲਟ ਆਏਗਾ ਉਹ ਉਨੇ ਸਿਗਨੀਫੀਕੈਂਟ ਫਿਗਰਸ ਦੇ ਵਿੱਚ ਆਏਗਾ ਜਿੰਨੇ ਕਿਸੇ ਲੀਸਟ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਵਾਲੀ ਟਰਮ ਦੇ ਵਿੱਚ ਸਿਗਨੀਫੀਕੈਂਟ ਫਿਗਰ ਹੋਣਗੇ, ਠੀਕ ਹੈ ਜੀ। ਮਤਲਬ ਅਜਿਹੀ ਟਰਮ ਦੇ ਵਿੱਚ ਜਿਹਦੇ ਵਿੱਚ ਘੱਟ ਤੋਂ ਘੱਟ ਸਿਗਨੀਫੀਕੈਂਟ ਫਿਗਰਸ ਹੋਣਗੇ ਉਨੇ ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਅਸੀਂ ਫਾਈਨਲ ਰਿਜ਼ਲਟ ਨੂੰ ਸ਼ੋ ਕਰਾਂਗੇ, ਠੀਕ ਹੈ ਜੀ। ਇੱਕ ਐਗਜ਼ਾਮਪਲ ਕਰਦੇ ਹਾਂ। ਫਸਟ ਟਰਮ ਹੈ 6.2124। देखो ये टोटल कितनी सिग्निफिकेंट फिगर्स हैं 5 सिग्निफिकेंट फिगर्स मल्टीप्लाइड बाय 2.42। हुण इस टर्म दे विच कितनी सिग्निफिकेंट फिगर्स हैं 3, ठीक है जी। सो अकॉर्डिंग टू रूल असी फाइनल रिजल्ट 3 सिग्निफिकेंट फिगर्स की फॉर्म दे विच शो करांगे। सो साडा फाइनल रिजल्ट की आएगा, पहला तो असी देखते हैं आंसर 6.2124 मल्टीप्लाइड बाय 2.42। सो इट कम्स आउट टू बी 15.03408, ठीक है जी। ये तो साढ़े को सारा आंसर आया, पर असी इनू रिप्रजेंट किस फॉर्म च करांगे। देखो साढ़े कोल लीस्ट नंबर ऑफ सिग्निफिकेंट फिगर्स कितनियां हैं 3, इस करके असी आंसर साडा जिहड़ा है वो की आएगा 15.0, क्योंकि तुहानू पता है जिहड़ियां ट्रेलिंग जीरोज होंदियां हैं जदों पॉइंट लग जाता है तो वो सिग्निफिकेंट बन जांदियां हैं। इहदा मतलब साडे कोल आंसर आएगा 15.0 क्योंकि उहदे तो नैक्सट टर्म 3 है दैट इज़ लैस दैन 5। सो इनू असी राउंड ऑफ नहीं करांगे, 0 नू 0 ही लिखांगे, ठीक है। इस करके साडे कोल ये आंसर इस केस दे विच आएगा। क्लीयर है। सो नैक्सट एग्जाम्पल करते हैं दैट इज़ ऑफ डिवीजन। एक टर्म लैने हैं 108 दैट इज़ हैविंग 3 significant figures divided by 7.2 which is of 2 significant figures। साढ़े को डिवाइड करते हैं तो ये आ जाएगा साढ़े को 108 divided by 7.2। so it comes out to be 15, ठीक है जी। हुण देखो साढ़े को आंसर वैसे एग्जैक्ट 15 आ रहा है, वैसे भी असी इनू 2 सिग्निफिकेंट फिगर्स की फॉर्म दे विच ही असी रिप्रजेंट करना सी क्योंकि साढ़े कोल दोनों टर्म्स दे विचों लीस्ट नंबर ऑफ सिग्निफिकेंट फिगर जिहड़ी है वो 7.2 है दैट इज़ हैविंग 2 सिग्निफिकेंट फिगर्स, ठीक है जी। ये 3 हैं, ये लीस्ट दे विच 2 हैं, इस करके सानू आंसर जिहड़ा है वो साढ़े कोल 15 ही आएगा। इट मे बी नोटेड दैट एग्जैक्ट नंबर्स विल नॉट हैव एनी इफेक्ट ऑन द नंबर ऑफ सिग्निफिकेंट फिगर्स इन कैलकुलेशनस। कैलकुलेशनस दे विच कदी भी सिग्निफिकेंट फिगर्स दे विच कोई चेंज नहीं आएगी अगर तुहानू एग्जैक्ट नंबर्स दिते होणगे, ठीक है जी। हुण एग्जैक्ट नंबर्स की हुंदे हन जिद्दां तुहानू ये कह दिता जाएगा कि 7 डेज़ इन वीक। सो वो 7 डेज़ जिहड़े हैं वो एग्जैक्ट होणगे, उहनू तुसीं ये नहीं कह सकते कि एक वीक दे विच 7.1 डेज़ हुंदे हन या फिर 6.99 हुंदे हन, इस तरह नहीं कह सकते। 7 डेज़ का मतलब है एक वीक दे विच 7 डेज़, ठीक है जी। उन्होंने एग्जैक्ट वैल्यू कह दें असी। बच्चों आओ असी जो फस्ट पार्ट दे विच असी रूल्स पढ़े सी ते सैकेंड पार्ट दे विच जिहड़े असी कैलकुलेशनस दे रूल पढ़े हैं उहदे नाल रिलेटेड कुछ न्यूमेरिकल प्रॉब्लम्स सॉल्व करते हाँ। पहला है कैलकुलेट द सिग्निफिकेंट फिगर्स इन द फॉलोइंग। सो फर्स्ट है 6.00 इंटू 10⁻⁶। हुण तुसीं ये दसो इहदे विच कितनियां सिग्निफिकेंट फिगर्स हैं। देखो साइंटिफिक नोटेशन नूं असीं कदी भी सिग्निफिकेंट फिगर च नहीं लैंदे ते ट्रेलिंग जीरोज हमेशा सिग्निफिकेंट होंदियां हन जदों डेसीमल प्लेस आ जाता है। सो इहदे विच साडे कोल कुल मिला के 3 सिग्निफिकेंट फिगर्स हैं। सैकेंड 0.0050। हुण देखो इहदे विच लीडिंग
ਜ਼ੀਰੋਜ਼ ਵੀ ਹਨ। ਲੀਡਿੰਗ ਜ਼ੀਰੋਜ਼ ਕਦੀ ਵੀ ਸਿਗਨੀਫੀਕੈਂਟ ਨਹੀਂ ਹੁੰਦੇ, ਪਰ ਟ੍ਰੇਲਿੰਗ ਜ਼ੀਰੋਜ਼ ਉਸ ਵੇਲੇ ਸਿਗਨੀਫੀਕੈਂਟ ਹੁੰਦੇ ਹਨ ਜਦੋਂ ਡੈਸੀਮਲ ਪਲੇਸ ਆ ਜਾਂਦਾ ਹੈ। ਤੇ ਇਹ ਤਾਂ ਨੌਨ ਜ਼ੀਰੋ ਹੈ। ਨੌਨ ਜ਼ੀਰੋ ਜਿਹੜਾ ਡਿਜਿਟ ਹੁੰਦਾ ਹਮੇਸ਼ਾ ਸਿਗਨੀਫੀਕੈਂਟ ਹੁੰਦਾ ਹੈ। ਇਹਦਾ ਮਤਲਬ ਇਹਦੇ ਵਿੱਚ ਸਾਡੇ ਕੋਲ 2 ਸਿਗਨੀਫੀਕੈਂਟ ਫਿਗਰਸ ਹੋਣਗੇ। ਨੈਕਸਟ ਦੇਖਦੇ ਹਾਂ 1.234, ਇਹਦੇ ਵਿੱਚ ਸਾਰੇ ਹੀ ਨੌਨ ਜ਼ੀਰੋ ਡਿਜਿਟਸ ਹਨ, ਇਸ ਕਰਕੇ ਸਿਗਨੀਫੀਕੈਂਟ ਫਿਗਰ ਕੀ ਆ ਜਾਏਗਾ 4। ਨੈਕਸਟ ਦੇਖਦੇ ਹਾਂ 0.0006, ਦੱਸੋ ਬਈ ਇਹਦੇ ਵਿੱਚ ਕਿੰਨੇ ਹੋਣਗੇ? ਧਿਆਨ ਨਾਲ ਸੋਚੋ। ਦੇਖੋ ਆ ਸਾਰੇ ਹੀ ਲੀਡਿੰਗ ਜ਼ੀਰੋਜ਼ ਹਨ, ਠੀਕ ਹੈ ਜੀ, ਇਹ ਸਾਰੇ ਹੀ ਲੀਡਿੰਗ ਜ਼ੀਰੋ ਆ, ਇਸ ਕਰਕੇ ਇਹ ਸਿਗਨੀਫੀਕੈਂਟ ਨਹੀਂ ਹੋਣਗੇ। ਸੋ ਇਸ ਕੇਸ ਦੇ ਵਿੱਚ ਸਿਰਫ ਸਿਗਨੀਫੀਕੈਂਟ ਫਿਗਰ ਕਿੰਨਾ ਆਏਗਾ 1। ਫਿਫਥ ਦੇਖਦੇ ਹਾਂ ਕੇਸ 0.368, ਦੇਖੋ ਜੀ ਆ ਹੈ ਲੀਡਿੰਗ ਜ਼ੀਰੋ, ਇਹ ਸਿਗਨੀਫੀਕੈਂਟ ਨਹੀਂ ਹੋਏਗਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ 3 ਸਿਗਨੀਫੀਕੈਂਟ ਫਿਗਰਸ ਆਉਣਗੇ, ਬਿਕੋਜ਼ ਇਹਦੇ ਵਿੱਚ ਸਾਡੇ ਕੋਲ 3 ਨੌਨ ਜ਼ੀਰੋ ਡਿਜਿਟਸ ਹਨ। ਕਲੀਅਰ ਹੈ? ਇਹ ਤਾਂ ਸੀ ਫਸਟ ਪਾਰਟ ਦੇ ਨਾਲ ਰਿਲੇਟਡ। ਕੁਝ ਥੋੜਾ ਜਿਹਾ ਰਾਉਂਡ ਆਫ ਵਾਲੇ ਕੁਐਸਚਨ ਕਰ ਦਿੰਦਾ ਹੈ। ਰਾਉਂਡ ਅਪ ਦ ਫੋਲੋਇੰਗ ਅਪ ਟੂ 3 ਸਿਗਨੀਫੀਕੈਂਟ ਫਿਗਰਸ। ਫਸਟ ਪਾਰਟ ਦੇ ਵਿੱਚ ਕੁਝ ਸਟੂਡੈਂਟਸ ਨੂੰ ਪ੍ਰੋਬਲਮ ਆਈ ਸੀ, ਜਿਹੜੇ ਸਾਡੇ ਕੋਲ ਰਾਉਂਡ ਆਫ ਵਾਲਾ ਪਾਰਟ ਸੀਗਾ, ਮੈਂ ਉਸ ਕੇਸ ਦੇ ਵਿੱਚ ਉਹ ਧਿਆਨ ਨਾਲ ਸਮਝ ਲਓ। ਕੀ ਹੈ ਕਿ ਜਦੋਂ ਸਾਨੂੰ ਕਿਤੇ ਕੋਈ ਵੀ ਇੱਕ ਨੰਬਰ ਦਿੱਤਾ ਹੋਏਗਾ ਤੇ ਸਾਨੂੰ ਕਿਹਾ ਹੋਏਗਾ ਕਿ ਉਹਨੂੰ ਤੁਸੀਂ ਕਿਸੇ ਪਰਟੀਕੂਲਰ ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਲਿਖਣਾ ਹੈ, ਤਾਂ ਫਿਰ ਸਾਨੂੰ ਰਾਉਂਡ ਆਫ ਕਰਨਾ ਪੈਂਦਾ ਹੈ ਹਮੇਸ਼ਾ, ਠੀਕ ਹੈ ਜੀ। ਹੁਣ ਜਿੱਦਾਂ ਇਹਨਾਂ ਨੇ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਪੁੱਛਿਆ ਹੈ, 3 ਸਿਗਨੀਫੀਕੈਂਟ ਫਿਗਰਸ ਦੇ ਵਿੱਚੋਂ ਫਸਟ 2 ਜਿਹੜੀਆਂ ਹੋਣਗੀਆਂ ਉਹ ਤਾਂ ਸਾਡੇ ਕੋਲ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਰਟਨ ਵੈਲਿਊਜ਼ ਹੋਣਗੀਆਂ, ਤੇ ਜਿਹੜੀ ਥਰਡ ਵੈਲਿਊ ਹੋਏਗੀ ਉਹ ਅਨਸਰਟਨ ਹੋਏਗੀ। ਪਹਿਲਾ ਕੇਸ ਕਰਦੇ ਹਾਂ 34.216। ਹੁਣ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਇਸ ਵੇਲੇ 5 ਸਿਗਨੀਫੀਕੈਂਟ ਫਿਗਰਸ ਹਨ, ਠੀਕ ਹੈ ਜੀ, ਪਰ ਸਾਨੂੰ ਕਿਹਾ ਹੈ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਲਿਖਣਾ ਹੈ। ਹੁਣ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ ਜਦੋਂ ਤੁਸੀਂ ਲਿਖਣਾ ਹੈ ਤਾਂ ਪਹਿਲੀਆਂ 2 ਟਰਮਸ ਤਾਂ ਤੁਹਾਡੇ ਕੋਲ ਸਰਟਨ ਹੋ ਜਾਣੀਆਂ, ਠੀਕ ਹੈ ਜੀ। ਹੁਣ ਥਰਡ ਟਰਮ ਜਿਹੜੀ ਹੈ ਉਹ ਅਨਸਰਟਨ ਹੈ। ਅਨਸਰਟਨ ਟਰਮ ਨੂੰ ਦੇਖਣ ਦੇ ਲਈ ਨੈਕਸਟ ਟਰਮ ਦੇਖਣੀ ਹੁੰਦੀ ਹੈ ਕਿ ਕੀ ਉਹ ਨੈਕਸਟ ਡਿਜਿਟ ਜਿਹੜਾ ਹੈ ਉਹ ਗ੍ਰੇਟਰ ਦੈਨ 5 ਹੈ ਔਰ ਲੈਸ ਦੈਨ 5। ਜੇ ਤਾਂ ਲੈਸ ਦੈਨ 5 ਹੈ ਤਾਂ ਫਿਰ ਇਸ ਟਰਮ ਨੂੰ ਐਜ਼ ਇਟ ਇਜ਼ ਲਿਖ ਦੇਣਾ। ਜੇ ਗ੍ਰੇਟਰ ਦੈਨ 5 ਹੁੰਦਾ ਤਾਂ ਫਿਰ ਇਹਨੂੰ ਅਸੀਂ ਰਾਉਂਡ ਆਫ ਕਰਕੇ ਅਪ ਕਰ ਦੇਣਾ ਸੀ, ਠੀਕ ਹੈ ਜੀ। ਸੋ ਇਹਨੂੰ ਅਸੀਂ 34.2 ਲਿਖਾਂਗੇ ਇਨ ਕੇਸ ਆਫ 3 ਸਿਗਨੀਫੀਕੈਂਟ ਫਿਗਰਸ। ਸੈਕੰਡ ਕੇਸ ਕਰਦੇ ਹਾਂ, ਦੇਖੋ 10.4107। ਕੁੱਲ ਮਿਲਾ ਕੇ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹਨ? 1 2 3 4 5 6, ਪਰ ਇਹਨੂੰ ਅਸੀਂ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ 'ਚ ਲਿਖਣਾ ਹੈ। 3 ਦੇ ਵਿੱਚੋਂ ਕੀ ਹੋਣਗੀਆਂ? ਪਹਿਲੀਆਂ 2 ਕੀ ਹੋਣਗੀਆਂ? ਸਰਟਨ। ਆ ਹੋ ਜਾਏਗੀ ਅਨਸਰਟਨ। ਇਹ ਤੋਂ ਨੈਕਸਟ ਡਿਜਿਟ ਦੇਖੋ ਲੈਸ ਦੈਨ 5 ਹੈ, ਇਹਨੂੰ ਅਸੀਂ ਰਾਉਂਡ ਆਫ ਨਹੀਂ ਕਰਨਾ, ਇਹ ਐਜ਼ ਇਟ ਇਜ਼ ਆ ਜਾਏਗਾ 10.4। ਸੋ ਇਹਨੂੰ ਅਸੀਂ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ 'ਚ ਇਸ ਟਰਮ ਨੂੰ ਅਸੀਂ ਇੱਦਾਂ ਲਿਖਾਂਗੇ। ਥਰਡ ਦੇਖਦੇ ਹਾਂ ਇੱਕ ਹੋਰ 0.04597। ਮੰਨ ਲਓ ਇਹ ਇੱਕ ਟਰਮ ਹੈ, ਇਹਨੂੰ ਅਸੀਂ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਲਿਖਣਾ ਹੈ। ਹੁਣ ਦੇਖੋ ਧਿਆਨ ਨਾਲ, ਲੀਡਿੰਗ ਜ਼ੀਰੋਜ਼ ਕਦੀ ਵੀ ਸਿਗਨੀਫੀਕੈਂਟ ਨਹੀਂ ਹੁੰਦੇ। ਇਹਦਾ ਮਤਲਬ ਕਿ ਸਿਗਨੀਫੀਕੈਂਟ ਫਿਗਰਸ ਇਹਦੇ ਵਿੱਚ ਕਿੰਨੀਆਂ ਸੀ? 1 2 3 4। ਅਸੀਂ ਕੀ ਕਰਾਂਗੇ? ਅਸੀਂ ਇੱਦਾਂ ਕਰਦੇ ਹਾਂ, ਆਹ ਵਾਲੀਆਂ 3 ਸਿਗਨੀਫੀਕੈਂਟ ਫਿਗਰ ਸਾਨੂੰ ਯੂਜ਼ ਕਰਨੀਆਂ ਪੈਣਗੀਆਂ। ਉਹਦੇ ਵਿੱਚੋਂ ਪਹਿਲੀਆਂ 2 ਸਰਟਨ 0.045। ਹੁਣ ਧਿਆਨ ਨਾਲ ਨੋਟ ਕਰੋ, ਅਸੀਂ ਇੱਥੇ 4 5 ਲਿਖ ਲਿਆ, ਪਰ ਪਿੱਛੇ 9 ਹੈ ਅਨਸਰਟਨ। 9 ਤੋਂ ਬਾਅਦ ਦਾ ਡਿਜਿਟ ਜਿਹੜਾ ਹੈ ਦੈਟ ਇਜ਼ ਗ੍ਰੇਟਰ ਦੈਨ 5। ਜੇ ਅਸੀਂ ਇਹ ਗ੍ਰੇਟਰ ਦੈਨ 5 ਹੈ, 9 ਨੂੰ ਅਸੀਂ ਰਾਉਂਡ ਆਫ ਕਰਕੇ ਅਪ ਕਰਾਂਗੇ ਤਾਂ 0 ਆ ਜਾਏਗਾ। 10 ਮਤਲਬ 9 ਤੋਂ ਬਾਅਦ 10 ਆ ਜਾਏਗਾ, ਤਾਂ ਸੋ ਇਟ ਬਿਕਮਸ 60। ਮੈਂ ਇੱਥੇ ਦੁਬਾਰਾ ਲਿਖ ਦਿੰਦਾ ਹਾਂ 0.0460। ਟ੍ਰੇਲਿੰਗ ਜ਼ੀਰੋ ਹਮੇਸ਼ਾ ਸਿਗਨੀਫੀਕੈਂਟ ਹੋਏਗਾ ਜਦੋਂ ਡੈਸੀਮਲ ਪਲੇਸ ਆ ਜਾਂਦਾ ਹੈ। ਇਹਦਾ ਮਤਲਬ ਇਸ ਕੇਸ ਦੇ ਵਿੱਚ ਸਾਡੇ ਕੋਲ 3 ਸਿਗਨੀਫੀਕੈਂਟ ਫਿਗਰਸ ਹਨ, ਠੀਕ ਹੈ ਜੀ। ਸੋ ਇਸ ਟਰਮ ਨੂੰ ਤੁਸੀਂ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ 'ਚ ਇਸ ਤਰ੍ਹਾਂ ਲਿਖ ਸਕਦੇ ਹੋ। ਮੈਂ ਇੱਥੇ ਔਰ ਲਿਖ ਦਿੰਦਾ। ਚਲੋ ਫੋਰਥ ਦੇਖਦੇ ਹਾਂ 2808। ਕਿੱਦਾਂ ਕਰੋਗੇ ਤੁਸੀਂ? 4 ਸਿਗਨੀਫੀਕੈਂਟ ਫਿਗਰਸ ਹਨ। ਆ ਜਿਹੜਾ 0 ਹੈ ਟ੍ਰੈਪਡ 0 ਹੈ। ਟ੍ਰੈਪਡ 0 ਹਮੇਸ਼ਾ ਸਿਗਨੀਫੀਕੈਂਟ ਹੁੰਦਾ ਹੈ। ਇਹਨੂੰ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਲਿਖਣਾ ਆ। ਅਸੀਂ ਕਿੱਦਾਂ ਲਿਖ ਸਕਦੇ ਹਾਂ? ਦੇਖੋ ਧਿਆਨ ਨਾਲ, ਜਾਂ ਤਾਂ ਤੁਸੀਂ ਇੱਦਾਂ ਲਿਖ ਦਿਓ 28, ਇਹ 2 ਸਰਟਨ ਵੈਲਿਊਜ਼ ਹੋਣਗੀਆਂ, ਦਿਸ ਇਜ਼ ਅਨਸਰਟਨ ਥਰਡ ਵੈਲਿਊ। ਇਹਦਾ ਨੈਕਸਟ ਡਿਜਿਟ ਜਿਹੜਾ ਹੈ ਗ੍ਰੇਟਰ ਦੈਨ 5 ਹੈ, ਸੋ ਇਟ ਬਿਕਮਸ 1। ਪਰ ਇਹ ਤਾਂ ਹੈ 2808, ਸਾਡੇ ਕੋਲ ਵੈਲਿਊ ਹੈ 281। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਸਾਨੂੰ ਇਹ ਜਿਹੜੀ ਵੈਲਿਊ ਹੈ ਇਹਦੇ ਨਜ਼ਦੀਕ ਲੈ ਕੇ ਆਣੀ
ਪੈਂਦੀ ਹੈ। ਸੋ ਇੱਥੇ ਅਸੀਂ 0 ਲਗਾਵਾਂਗੇ। ਸੋ ਇਟ ਇਜ਼ 2810 ਵਿਚ ਇਜ਼ ਨੀਅਰ ਟੂ 2808। ਸੋ ਆ ਜਿਹੜਾ 0 ਲਗਾਇਆ ਅਸੀਂ ਇਹ ਸਿਗਨੀਫੀਕੈਂਟ ਤਾਂ ਨਹੀਂ ਹੈ। ਕਿਉਂ? ਕਿਉਂਕਿ ਇਹ ਟ੍ਰੇਲਿੰਗ 0 ਹੈ ਤੇ ਕਿਤੇ ਵੀ ਡੈਸੀਮਲ ਪੁਆਇੰਟ ਨਹੀਂ ਲੱਗਾ ਹੋਇਆ। ਇਹਦਾ ਮਤਲਬ ਇੱਥੇ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੀ ਹਨ? 3 ਸਿਗਨੀਫੀਕੈਂਟ ਫਿਗਰ 2810 ਦੀ ਫਾਰਮ 'ਚ ਲਿਖ ਸਕਦੇ ਹਾਂ, ਜਾਂ ਇੱਦਾਂ ਵੀ ਲਿਖ ਸਕਦੇ ਹਾਂ ਕਿ 2.81 ਇੰਟੂ 10⁻³ ਇਹ ਵੀ ਇੱਕ ਫਾਰਮ ਹੋ ਸਕਦੀ ਹੈ। ਇਹਦੇ ਵਿੱਚ ਵੀ ਸਾਡੇ ਕੋਲ 3 ਸਿਗਨੀਫੀਕੈਂਟ ਫਿਗਰਸ ਹਨ। ਆ ਜਿਹੜਾ ਹੈ ਸਾਇੰਟੀਫਿਕ ਨੋਟੇਸ਼ਨ ਸਿਗਨੀਫੀਕੈਂਟ ਫਿਗਰ ਦੀ ਫਾਰਮ 'ਚ ਨਹੀਂ ਗਿਣੀ ਜਾਂਦੀ। ਕਲੀਅਰ ਹੈ? ਐਕਸਪ੍ਰੈਸ ਦ ਫੋਲੋਇੰਗ numbers to 3 significant figures। देखो फर्स्ट है 6000। ਹੁਣ ਇਹਦੇ ਵਿੱਚ ਤੁਸੀਂ ਦੱਸੋ ਸਿਗਨੀਫੀਕੈਂਟ ਫਿਗਰ ਕਿੰਨੇ ਹਨ? ਦੇਖੋ ਇਹਦੇ ਸਿਗਨੀਫੀਕੈਂਟ ਫਿਗਰ ਸਿਰਫ 1 ਹੈ। ਇਹਨੂੰ ਅਸੀਂ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ ਦੇ ਵਿੱਚ ਕਿਸ ਤਰ੍ਹਾਂ ਲਿਖੂਗੇ? ਦੇਖੋ ਇਟ ਬਿਕਮਸ 6.00 into 10⁻³ ਕਲੀਅਰ ਹੈ? ਦੇਖੋ ਇਹਦੇ ਵਿੱਚ ਕਿੰਨੀਆਂ ਹੋ ਗਈਆਂ, ਕਿਉਂਕਿ ਆ ਟ੍ਰੇਲਿੰਗ ਜ਼ੀਰੋਜ਼ ਜਿਹੜੀਆਂ ਹਨ ਡੈਸੀਮਲ ਆਉਣ ਦੇ ਨਾਲ ਕੀ ਹੋ ਜਾਂਦੀਆਂ? ਸਿਗਨੀਫੀਕੈਂਟ। ਸੋ ਇੱਥੇ ਸਾਡੇ ਕੋਲ 3 ਸਿਗਨੀਫੀਕੈਂਟ ਫਿਗਰਸ ਹੋਣਗੀਆਂ। ਹੋਰ ਦੇਖੀਏ ਸੈਕਿੰਡ 32.362400। ਹੁਣ ਇਹ ਸਾਰੀਆਂ ਹੀ ਸਿਗਨੀਫੀਕੈਂਟ ਹਨ ਕਿਉਂਕਿ ਆ ਟ੍ਰੇਲਿੰਗ ਜ਼ੀਰੋ ਵੀ ਸਿਗਨੀਫੀਕੈਂਟ ਹੈ ਕਿਉਂਕਿ ਡੈਸੀਮਲ ਪੁਆਇੰਟ ਆ ਗਿਆ। ਹੁਣ ਇਹਨੂੰ ਅਸੀਂ 3 ਸਿਗਨੀਫੀਕੈਂਟ ਫਿਗਰ ਦੀ ਫਾਰਮ 'ਚ ਲਿਖਣਾ ਹੈ। ਦੇਖੋ 3 ਸਿਗਨੀਫੀਕੈਂਟ ਫਿਗਰ 'ਚੋਂ ਪਹਿਲੀਆਂ ਦੋ ਕੀ ਹੋ ਗਈਆਂ? ਸਰਟਨ 32। ਨੈਕਸਟ ਟਰਮ ਜਿਹੜੀ ਹੈ ਉਹ ਅਨਸਰਟਨ ਹੈ। ਉਤੋਂ ਅਗਲਾ ਡਿਜਿਟ ਦੇਖਾਂਗੇ ਗ੍ਰੇਟਰ ਦੈਨ 5 ਹੈ। ਸੋ ਇਹਨੂੰ ਅਸੀਂ ਰਾਊਂਡ ਆਫ ਕਰ ਲਵਾਂਗੇ 32.4। ਸੋ ਸਾਡੇ ਕੋਲ 3 ਸਿਗਨੀਫੀਕੈਂਟ ਫਿਗਰਸ ਆ ਗਈਆਂ। ਇਸ ਟਰਮ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਇਨ ਕੇਸ ਆਫ 3 ਸਿਗਨੀਫੀਕੈਂਟ ਫਿਗਰਸ। ਇੱਕ ਐਗਜ਼ਾਮਪਲ ਚਲੋ ਹੋਰ ਕਰਦੇ ਹਾਂ। ਡੈਸੀਮਲ ਇਕੁਇਵਲੈਂਟ ਆਫ 2/3। ਸੋ ਡੈਸੀਮਲ ਇਕੁਇਵਲੈਂਟ ਜਿਹੜਾ ਹੈ ਉਹ ਸਾਡੇ ਕੋਲ ਆਉਂਦਾ ਹੈ 0.666666 ਕੁਛ ਇਸ ਤਰ੍ਹਾਂ ਆਉਂਦਾ ਹੈ। ਪਰ ਸਾਨੂੰ ਕਿਹਾ ਗਿਆ ਹੈ 3 ਸਿਗਨੀਫੀਕੈਂਟ ਫਿਗਰਸ ਦੀ ਫਾਰਮ 'ਚ ਲਿਖਣਾ ਹੈ। ਤਾਂ 3 ਸਿਗਨੀਫੀਕੈਂਟ ਫਿਗਰ ਦੀ ਫਾਰਮ 'ਚ ਕਿੱਦਾਂ ਲਿਖਾਂਗੇ? 0 ਪੁਆਇੰਟ ਦੇਖੋ ਆ ਤਾਂ ਸਿਗਨੀਫੀਕੈਂਟ ਨਹੀਂ ਹੁੰਦੇ। 1 2 ਅਸੀਂ ਕੀ ਲਿਖ ਲਏ? ਸਰਟਨ। ਨੈਕਸਟ ਡਿਜਿਟ ਅਨਸਰਟਨ ਨੂੰ ਲਿਖਾਂਗੇ ਅਸੀਂ। ਉਸ ਤੋਂ ਨੈਕਸਟ ਗ੍ਰੇਟਰ ਦੈਨ 5 ਹੈ। ਇਹਨੂੰ ਅਸੀਂ ਰਾਊਂਡ ਆਫ ਕਰ ਲਵਾਂਗੇ। ਸੋ ਸਾਡੇ ਕੋਲ ਡੈਸੀਮਲ ਇਕੁਇਵਲੈਂਟ ਆਫ 2/3 ਕਿੰਨਾ ਆਏਗਾ? 0.667। ਠੀਕ ਹੈ ਜੀ। ਚਲੋ ਇੱਕ ਕੁਐਸਚਨ ਹੋਰ ਕਰਦੇ ਹਾਂ। ਕੁਐਸਚਨ ਹੈ if the speed of light is 3.0 into 10⁸ meter per second, calculate the distance covered by the light in 2.00 nanoseconds। पहली टर्म साढ़े कोल है स्पीड ऑफ लाइट। स्पीड साढ़े को है 3.0 इंटू 10⁸ मीटर पर सेकेंड। डिस्टेंस असी कैलकुलेट करना है तो टाइम साढ़े को कितना है? टाइम 2.00 इंटू 10⁻⁹ सेकेंड, दैट इज नैनो सेकेंड। 2.00 इंटू 10⁻⁹ सेकेंड। एक रिलेशन होता है स्पीड इज इक्वल टू डिस्टेंस ट्रैवल्ड ओवर टाइम टेकन। डिस्टेंस असी कैलकुलेट करना है। डिस्टेंस इज इक्वल टू स्पीड मल्टीप्लाइड बाय टाइम टेकन। सो स्पीड कितनी है साढ़े को? 3.0 इंटू 10⁸ मीटर पर सेकेंड। टाइम कितना है? 2.00 इंटू 10⁻⁹ सेकेंड्स। हुण साढ़े को पहला देखते हैं आंसर कितना आंदा है। ਇਹਦਾ ਜਦੋਂ ਆਂਸਰ ਆਏਗਾ ਇਹ ਤੁਹਾਡੇ ਕੋਲ ਆਏਗਾ 0.6। ਇਹ ਆਂਸਰ ਆਏਗਾ। ਠੀਕ ਹੈ ਜੀ, ਇਨ ਮੀਟਰਸ। ਪਰ ਇਹਨੂੰ ਰਿਪਰੈਜ਼ੈਂਟ ਕਿਸ ਤਰ੍ਹਾਂ ਕਰਨਾ ਹੈ? ਦੇਖੋ ਅਸੀਂ ਰੂਲ ਪੜ੍ਹਿਆ ਹੈ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਦੇ ਕੇਸ ਦੇ ਵਿੱਚ ਅਸੀਂ ਫਾਈਨਲ ਰਿਜ਼ਲਟ ਨੂੰ ਰਿਪਰੈਜ਼ੈਂਟ ਉਸ ਟਰਮ ਦੇ ਵਿੱਚ ਕਰਨਾ ਹੈ, ਉਨੇ ਸਿਗਨੀਫੀਕੈਂਟ ਫਿਗਰਸ ਦੀ ਫਾਰਮ ਵਿੱਚ ਕਰਨਾ ਹੈ
ਜਿੰਨੇ ਕਿਸੇ ਟਰਮ ਦੇ ਵਿੱਚ ਲੀਸਟ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਹੋਣਗੇ। ਹੁਣ ਇਹਦੇ ਵਿੱਚ ਦੇਖੋ 2 ਸਿਗਨੀਫੀਕੈਂਟ ਫਿਗਰਸ ਹਨ, ਇਹਦੇ ਵਿੱਚ ਦੇਖੋ 3 ਸਿਗਨੀਫੀਕੈਂਟ ਫਿਗਰਸ ਹਨ। ਹੁਣ ਸਾਡੇ ਕੋਲ ਲੀਸਟ ਨੰਬਰ ਆਫ ਸਿਗਨੀਫੀਕੈਂਟ ਫਿਗਰ ਵਾਲੀ ਇਹ ਟਰਮ ਹੈ, ਇਸ ਕਰਕੇ ਸਾਨੂੰ 2 ਸਿਗਨੀਫੀਕੈਂਟ ਫਿਗਰਸ ਆਂਸਰ ਨੂੰ ਰਿਪਰੈਜ਼ੈਂਟ ਕਰਨਾ ਪਏਗਾ। ਇੱਥੇ ਆਂਸਰ ਜਿਹੜਾ ਹੈ ਉਹ ਸਾਡਾ 1 ਸਿਗਨੀਫੀਕੈਂਟ ਫਿਗਰ ਦੀ ਫਾਰਮ 'ਚ ਹੈ, ਇਹਨੂੰ ਅਸੀਂ ਰਿਪਰੈਜ਼ੈਂਟ ਕਰਨਾ ਹੈ 0 ਲਗਾ ਕੇ। ਸੋ ਹੁਣ ਇਸ ਆਂਸਰ ਦੇ ਵਿੱਚ 2 ਸਿਗਨੀਫੀਕੈਂਟ ਫਿਗਰਸ ਆ ਗਈਆਂ। ਸੋ ਸਾਡੇ ਕੋਲ ਆਂਸਰ ਜਿਹੜਾ ਹੈ ਉਹ ਬਣੇਗਾ 0.60 ਮੀਟਰ। ਮਤਲਬ ਐਕਚੁਅਲ ਫਾਰਮ 'ਚ ਤੁਸੀਂ ਇਹਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕਰਨਾ ਹੈ 0.60। ਆਈ ਹੋਪ ਤੁਹਾਨੂੰ ਇਹ ਸਾਰਾ ਸਮਝ ਲੱਗ ਗਿਆ ਹੋਏਗਾ ਅਤੇ ਤੁਸੀਂ ਹੁਣ ਆਸਾਨੀ ਦੇ ਨਾਲ ਸਿਗਨੀਫੀਕੈਂਟ ਫਿਗਰਸ ਫਾਈਂਡ ਆਊਟ ਕਰ ਸਕਦੇ ਹੋ, ਚਾਹੇ ਕਿਸੇ ਵੈਲਿਊ ਦੇ ਵਿੱਚ ਅਤੇ ਚਾਹੇ ਕੈਲਕੂਲੇਸ਼ਨਸ ਦੀ ਫਾਰਮ ਦੇ ਵਿੱਚ। ਠੀਕ ਹੈ ਜੀ। ਸੋ ਥੈਂਕਸ ਫॉर वाचिंग।